ਜਿਵੇਂ ਪਹਿਲਾਂ ਅਸੀਂ ਵਿਚਾਰ ਕੀਤੀ ਸੀ ਨਾ, ਸਰੀਰ ਦਾ ਇਸ਼ਨਾਨ, ਝੂਠਾ ਇਸ਼ਨਾਨ ਤੇ ਸੱਚਾ ਇਸ਼ਨਾਨ। ਕਿ ਸੱਚਾ ਇਸ਼ਨਾਨ ਹੈ ਮਨ ਦਾ ਇਸ਼ਨਾਨ ਤੇ ਝੂਠਾ ਇਸ਼ਨਾਨ ਹੈ ਸਰੀਰ ਦਾ ਇਸ਼ਨਾਨ। ਇਸੇ ਤਰ੍ਹਾਂ ਇੱਕ ਹੁੰਦਾ ਜਾਗਣਾ। ਜਿਵੇਂ ਅਸੀਂ ਸਰੀਰ ਨੂੰ ਜਗਾਉਂਦੇ, ਸਵੇਰੇ ਉੱਠਦੇ ਆ ਨਾ, ਸਰੀਰ ਨੂੰ ਜਗਾਇਆ, ਇਸ਼ਨਾਨ ਕੀਤਾ, ਬਾਣੀ ਪੜ੍ਹੀ। ਵੈਸੇ ਅਸੀਂ ਇਸ ਗੱਲ ਨੂੰ ਉਲਟ ਲੈ ਕੇ ਨਹੀਂ ਚੱਲਣਾ, ਕਿਉਂਕਿ ਕਈ ਵਾਰੀ ਜਦੋਂ ਇਨਸਾਨ ਦੀ ਆਸਥਾ ਤੇ ਠੇਸ ਵੱਜਦੀ ਹੈ, ਇਨਸਾਨ ਕਈ ਵਾਰੀ ਭਾਵਿਕ ਹੋ ਜਾਂਦਾ ਹੈ ਤੇ ਕਈ ਵਾਰੀ ਕ੍ਰੋਧ ਵਿੱਚ ਵੀ ਆ ਜਾਂਦਾ ਹੈ ਕਿ ਇਹ ਕਿੱਦਾਂ ਦੀ ਗੱਲ ਹੋਈ, ਬਾਣੀ ਨਹੀਂ ਪੜ੍ਹੀ, ਸਵੇਰੇ ਉੱਠਣਾ ਪ੍ਰਵਾਨ ਨਹੀਂ ਹੈ। ਗੱਲ ਨੂੰ ਬੜੇ ਪਿਆਰ ਨਾਲ, ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਸਾਨੂੰ ਕੀ ਸੰਦੇਸ਼ ਦੇ ਰਹੀ ਹੈ ਇਹਦੇ ਬਾਰੇ, ਕਿ ਜਾਗਣਾ ਕੀ ਹੈ। ਜਿਵੇਂ ਅਸੀਂ ਸਵੇਰੇ ਉੱਠਦੇ ਹਾਂ, 4 ਵਜੇ ਉੱਠੇ, 5 ਵਜੇ ਉੱਠੇ, 6 ਵਜੇ ਉੱਠੇ, 8 ਵਜੇ ਉੱਠੇ, ਇਸੇ ਤਰ੍ਹਾਂ ਸਾਡੀ ਰਾਤ ਬੀਤਦੀ ਹੈ, ਅਸੀਂ ਦਿਨ ਚੜ੍ਹੇ ਉੱਠ ਜਾਂਦੇ ਹਾਂ। ਪਰ ਗੱਲ ਨੂੰ ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਜਿੰਨਾ ਚਿਰ ਤੱਕ ਮਾਲਕ ਕਿਰਪਾ ਨਾ ਕਰੇ, ਉਹਨਾਂ ਚਿਰ ਤੱਕ ਅਸੀਂ ਜਾਗ ਨਹੀਂ ਸਕਦੇ। ਜਿੰਨਾ ਚਿਰ ਤੱਕ ਉਹ ਕਿਰਪਾ ਨਾ ਕਰੇ, ਕਿਉਂਕਿ ਸਭ ਤੋਂ ਵੱਡਾ ਪਹਿਲਾ ਕਰਮ ਹੈ ਸਾਡਾ ਮਨ ਨੂੰ ਜਗਾਉਣਾ। ਜੇ ਮਨ ਨਹੀਂ ਜਾਗਦਾ ਪਿਆਰਿਓ, ਸਾਡੀ ਜ਼ਿੰਦਗੀ ਚੋਂ ਭਰਮ ਨਹੀਂ ਜਾਏਗਾ। ਅਸੀਂ ਗੁਰਮਤਿ ਵਾਲੇ ਪਾਸੇ ਚੱਲੀ ਜਾਵਾਂਗੇ, ਕੋਸ਼ਿਸ਼ ਕਰੀ ਜਾਵਾਂਗੇ, ਪਰ ਅਸੀਂ ਗਲਤ ਰਸਤਾ ਫੜ ਲਵਾਂਗੇ, ਗਲਤ ਟਰੈਕ ਫੜ ਲਵਾਂਗੇ, ਜਿਹਦੇ ਚ ਸਾਨੂੰ ਮੁਕਤੀ ਨਹੀਂ ਮਿਲੇਗੀ, ਸਾਨੂੰ ਚੌਥੇ ਪਦ ਦੀ ਸਾਰ ਨਹੀਂ ਆਏਗੀ। ਅਸੀਂ ਮੁਕਤੀ ਦੇ ਰਾਹ ਤੋਂ ਉਲਟ ਰਸਤੇ ਤੇ ਚੱਲ ਪਾਵਾਂਗੇ। ਅਸੀਂ ਮਨਮਤ ਕਰਕੇ ਇਹੀ ਸੋਚੀ ਜਾਵਾਂਗੇ ਕਿ ਮੇਰਾ ਇਸ਼ਨਾਨ ਵੀ ਹੋ ਗਿਆ, ਮੈਂ ਜਾਗ ਵੀ ਗਿਆ। ਹੰਕਾਰ ਵੀ ਆ ਸਕਦਾ ਹੈ ਉੱਥੇ, ਕਿਸੇ ਨਾ ਕਿਸੇ ਤਰੀਕੇ ਅਸੀਂ ਅੜਿੱਕੇ ਵਿੱਚ ਆ ਸਕਦੇ ਹਾਂ। ਕਿਉਂ? ਕਿਉਂਕਿ ਮਨ ਜਾਗਿਆ ਨਹੀਂ ਹੈ, ਮਨ ਦਾ ਇਸ਼ਨਾਨ ਨਹੀਂ ਹੋਇਆ ਤੇ ਮਨ ਦਾ ਭਰਮ ਦੂਰ ਨਹੀਂ ਹੋਇਆ। ਹੁਣ ਇਹ ਦੇਖਦੇ ਹਾਂ ਕਿ ਜਾਗਣਾ ਕੀ ਅਸਲ ਦੇ ਵਿੱਚ। ਪਾਤਸ਼ਾਹ ਗੁਰਬਾਣੀ 'ਚ ਦੱਸਦੇ ਆ, ਜਿਸੇ ਜਗਾਏ ਪਿਆਵੇ ਇਹ ਰਸ ਅਕਤ ਕਥਾ ਤਿਨ ਜਾਂਦੀ। ਕਿ ਜਿਹਨੂੰ ਮਾਲਕ ਜਗਾਵੇ, ਜਿਹਨੂੰ ਇਹ ਰਸ ਦਵੇ, ਉਹੀ ਅਕਤ ਕਥਾ ਨੂੰ, ਭਾਵ ਮਾਲਕ ਦੇ ਗਿਆਨ ਨੂੰ ਜਾਣ ਸਕਦਾ ਹੈ। ਦੂਜਾ ਆਨੰਦ ਸਾਹਿਬ ਦੀ ਬਾਣੀ 'ਚ ਅਸੀਂ ਪੜ੍ਹਦੇ ਹਾਂ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਕਿ ਸਾਰਾ ਸੰਸਾਰ ਭਰਮ ਦੀ ਨੀਂਦ ਸੁੱਤਾ ਪਿਆ ਹੈ ਤੇ ਸੁੱਤਿਆਂ ਹੀ ਉਹਨਾਂ ਦੀ ਰਾਤ ਨਿਕਲਦੀ ਪਈ ਹੈ। ਕਿਉਂਕਿ ਪਿਆਰਿਓ, ਅਸੀਂ ਕਹਿੰਦੇ ਆ ਦਿਨ ਹੋ ਗਿਆ, ਅਸੀਂ ਕਹਿੰਦੇ ਆ ਰਾਤ ਹੋ ਗਈ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਕਹਿੰਦੀ ਆ, ਨਾ ਦਿਨ ਨਾ ਰਾਤ, ਤੇਰੀ ਜ਼ਿੰਦਗੀ ਹੀ ਸਾਰੀ ਰਾਤ ਹੈ, ਰਹਿਣ ਹੈ। ਭਾਵੇਂ ਅਸੀਂ ਕਹਿੰਦੇ ਨਾ ਸਵੇਰੇ ਅੰਮ੍ਰਿਤ ਵੇਲਾ ਹੋ ਗਿਆ, ਅਸੀਂ ਜਾਗ ਗਏ, ਉੱਠ ਗਏ, ਪਰ ਪਾਤਸ਼ਾਹ ਕਹਿੰਦੇ ਤੇਰਾ ਸਰੀਰ ਜਾਗਿਆ, ਤੇਰੇ ਸਰੀਰ ਵਾਸਤੇ ਅੰਮ੍ਰਿਤ ਵੇਲਾ ਹੋ ਗਿਆ, ਤੇਰੇ ਸਰੀਰ ਵਾਸਤੇ ਦਿਨ ਚੜ ਗਿਆ ਹੋਊਗਾ। ਪਰ ਪਾਤਸ਼ਾਹ ਕਹਿੰਦੇ ਆ ਮਨ ਵਾਸਤੇ ਅਜੇ ਵੀ ਰਾਤ ਹੀ ਹੈ। ਕਿਉਂ? ਕਿਉਂਕਿ ਮਨ ਨਹੀਂ ਜਾਗਿਆ। ਕਹਿੰਦੇ ਤਾਂ ਹੀ ਪਾਤਸ਼ਾਹ ਕਹਿੰਦੇ ਆ, ਸੁੱਤਿਆਂ ਰਹਿਣ ਵਿਹਾਣੀ। ਕਹਿੰਦੇ ਸਾਰੇ ਸੰਸਾਰ ਦੀ ਜ਼ਿੰਦਗੀ ਰਾਤ ਵਾਂਗ ਨਿਕਲਦੀ ਜਾ ਰਹੀ ਹੈ। ਇਹ ਪਿਆਰਿਓ, ਅਸੀਂ ਬਰੀਕੀ ਦੀ ਗੱਲ ਨੂੰ ਸਮਝਣਾ ਹੈ ਕਿ ਜਿਵੇਂ ਹੁਣ ਉਦਾਹਰਨ ਹੈ, ਜਦੋਂ ਸਾਡਾ ਸਰੀਰ ਸੁੱਤਾ ਹੁੰਦਾ, ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ ਕੀ ਬਣ ਰਿਹਾ ਸਾਡੇ ਨਾਲ। ਹੋ ਸਕਦਾ ਹੈ ਚੋਰ ਆ ਜਾਣ ਘਰ ਵਿੱਚ, ਸਾਡਾ ਸਭ ਕੁਝ ਲੁੱਟ ਕੇ ਲੈ ਜਾਣ, ਕੁਝ ਵੀ ਸਾਡੇ ਨਾਲ ਵਾਪਰ ਸਕਦਾ ਹੈ। ਤੇ ਜਦੋਂ ਅਸੀਂ ਰਾਤ ਨੂੰ ਸੁੱਤੇ ਪਏ ਹੁੰਦੇ ਆ, ਸਰੀਰ ਸਾਡਾ ਸੁੱਤਾ ਹੁੰਦਾ ਹੈ ਤੇ ਅਸੀਂ ਕਈ ਵਾਰੀ ਸੁਪਨਾ ਵੀ ਵੇਖਦੇ ਹਾਂ। ਉਦਾਹਰਨ ਹੈ, ਉਦਾਹਰਨ ਦੇ ਤੌਰ ਤੇ ਅਸੀਂ ਸਮਝਣਾ। ਤੇ ਜਦੋਂ ਅਸੀਂ ਸਵੇਰੇ ਉੱਠ ਜਾਂਦੇ ਹਾਂ ਤੇ ਅਸੀਂ ਕਹਿੰਦੇ ਆ ਸੁਪਨਾ ਬਹੁਤ ਵਧੀਆ ਵੇਖਿਆ ਸੀ, ਪਰ ਅਸੀਂ ਕਹਿੰਦੇ ਆ ਚੱਲ ਛੱਡ, ਸੁਪਨਾ ਹੀ ਹੈ। ਕਈ ਵਾਰੀ ਇਨਸਾਨ ਦਾ ਦਿਲ ਕਰਦਾ ਫਿਰ ਵਾਪਸ ਜਾਵਾਂ ਸੁਪਨੇ 'ਚ, ਪਰ ਉਹ ਇਹ ਗੱਲ ਕਹਿ ਕੇ ਟਾਲ ਦਿੰਦਾ ਵੀ ਛੱਡੋ, ਸੁਪਨਾ ਹੀ ਸੀ। ਮਤਲਬ ਕੀ? ਝੂਠ ਹੀ ਸੀ ਸਭ ਕੁਝ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਆ, ਮਨ ਸੁੱਤਾ ਹੋਣ ਕਰਕੇ ਇਹਦੇ ਘਰ ਵਿੱਚ ਚੋਰ ਵੜ ਗਏ। ਪਰ ਅਸੀਂ ਜਿੱਦਾਂ ਸਰੀਰ ਸੁੱਤਾ ਹੁੰਦਾ, ਸਾਨੂੰ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਮਨ ਵਾਸਤੇ ਕਿਹੜੇ ਚੋਰ ਵੜੇ ਆ, ਉਹ ਸਾਡੇ ਸਰੀਰ ਨੂੰ ਨਹੀਂ ਪਤਾ ਲੱਗਦਾ। ਕਿਉਂ ਨਹੀਂ ਪਤਾ ਲੱਗਦਾ? ਕਿਉਂਕਿ ਉਹ ਚੋਰ ਮਨ ਦੇ ਖਜ਼ਾਨੇ ਨੂੰ ਖਾ ਰਹੇ ਆ, ਸਰੀਰ ਦੇ ਖਜ਼ਾਨੇ ਨੂੰ। ਸਰੀਰ ਦੇ ਖਜ਼ਾਨੇ ਕਿਹੜੇ ਆ? ਤੁਹਾਡੇ ਘਰ-ਬਾਰ, ਗੱਡੀਆਂ, ਤੁਹਾਡੀ ਜੁਐਲਰੀ, ਤੁਹਾਡਾ ਪੈਸਾ। ਪਰ ਮਨ ਦਾ ਖਜ਼ਾਨਾ ਕੁਝ ਹੋਰ ਹੈ, ਉਹਦੇ ਚੋਰ ਵੀ ਕੁਝ ਹੋਰ ਨੇ। ਉਹ ਸਿਰਫ ਮਨ ਜਾਣ ਸਕਦਾ, ਸਰੀਰ ਨਹੀਂ ਜਾਣ ਸਕਦਾ। ਪਰ ਬਾਣੀ ਨੇ ਭੇਜ ਦਿੱਤਾ। ਪਾਤਸ਼ਾਹ ਕਹਿੰਦੇ, ਅਬ ਮਨ ਜਾਗ ਰਹੋ ਰੇ ਭਾਈ, ਗਾਫਲ ਹੋਏ ਕਿਆ ਜਨਮ ਗਵਾਏ, ਚੋਰ ਮੁਸੇ ਘਰ ਜਾਈ। ਕਿ ਤੇਰੇ ਘਰ 'ਚ ਚੋਰ ਵੜ ਗਏ ਆ, ਮਨਾ ਜਾਗ ਜਾ ਹੁਣ ਤੇ। ਪਰ ਇਹਦੀ ਸਿੱਖਿਆ ਸਾਨੂੰ ਸਿਰਫ ਉਹੀ ਗੁਰਮੁਖ ਜਨ ਦੇ ਸਕਦੇ ਆ ਜਿਹੜੇ ਖੁਦ ਜਾਗੇ ਹੋਣਗੇ, ਨਹੀਂ ਤਾਂ ਸਾਰੀ ਦੁਨੀਆ ਕਹੀ ਜਾਏਗੀ ਕੁਝ ਨਹੀਂ ਹੋਇਆ।
ਸੋ ਜਿਹੜੇ ਭਗਤ ਨੇ ਉਹ ਸਾਨੂੰ ਦੱਸਦੇ ਆ, ਗੁਰਮੁਖ ਜਨ ਸਾਧੂ ਜਨ ਸਾਨੂੰ ਦੱਸਦੇ ਆ ਕਿ ਮਨ ਦਾ ਖਜ਼ਾਨਾ, ਜਿਵੇਂ ਸਰੀਰ ਦੇ ਖਜ਼ਾਨੇ ਬਹੁਤ ਨੇ ਹੋਣਗੇ, ਪੈਸਾ ਹੋਏਗਾ, ਜੁਐਲਰੀ ਹੋਏਗੀ, ਕਈ ਕੁਝ ਹੋ ਸਕਦਾ ਹੈ। ਮਨ ਦਾ ਖਜ਼ਾਨਾ ਕੀ ਹੈ? ਸਵਾਸ। ਜਿਹੜੇ ਅਸੀਂ ਸਵਾਸ ਲੈ ਰਹੇ ਹਾਂ, ਇਹ ਸਾਨੂੰ ਮਾਲਕ ਦੇ ਰਿਹਾ। ਸਬਸੇ ਨੋ ਕਿਰਪਾਲ ਸੰਭਾਲੇ ਸਾਹਿ ਸਾਹਿ। ਇਹ ਸਵਾਸ ਸਾਡੇ ਲੁੱਟ ਕੇ ਲੈ ਜਾਂਦੇ। ਕੌਣ ਲੈ ਜਾਏ? ਕਹਿੰਦੇ ਪੰਜ ਚੋਰ, ਪੰਜ ਪਹਿਰੂ ਦਰ ਪੇ ਰਹਤੇ ਇਸਕਾ ਨਹੀਂ ਪਤਿਆਰਾ। ਇਹ ਹਮੇਸ਼ਾ ਤਿਆਰੀ ਵਿੱਚ ਰਹਿੰਦੇ ਆ। ਇਹ ਸਭ ਕੁਝ ਮਨ ਦਾ ਲੁੱਟ ਕੇ ਲੈ ਜਾਂਦੇ ਆ। ਮਨ ਦਾ ਸਭ ਕੁਝ ਕੀ ਹੈ? ਸਵਾਸ। ਤੇ ਲੈ ਕੇ ਕਿਵੇਂ ਜਾਂਦੇ ਆ? ਸਭ ਤੋਂ ਪਹਿਲਾਂ ਮਨ ਨੂੰ ਸਵਾਉਂਦੇ ਆ। ਕਿਹਦੇ ਵਿੱਚ ਸਵਾਉਂਦੇ ਆ? ਭਰਮ ਵਿੱਚ, ਮੋਹ ਮਾਇਆ ਦੇ ਵਿੱਚ। ਜਿਹਨੂੰ ਪਾਤਸ਼ਾਹ ਕਹਿੰਦੇ ਆ ਮਨ ਸੋਇਆ ਮਾਇਆ ਵਿਸਮਾਰ। ਮਾਇਆ ਦੇ ਹਨੇਰੀ ਵਿੱਚ, ਮਾਇਆ ਦੇ ਘੁੱਪ ਹਨੇਰੀ ਵਿੱਚ, ਮਾਇਆ ਦੇ ਮੋਹ ਦੇ ਵਿੱਚ ਮਨ ਨੂੰ ਪਹਿਲਾਂ ਸਵਾ ਦਿੰਦੇ ਆ। ਪਹਿਲਾਂ ਸਵਾਉਂਦੇ ਆ ਤੇ ਫਿਰ ਇਹਦਾ ਧਨ ਸਭ ਕੁਝ ਲੁੱਟ ਕੇ ਲੈ ਜਾਂਦੇ, ਇਹਦੇ ਸਵਾਸ ਲੁੱਟ ਕੇ ਲੈ ਜਾਂਦੇ। ਤੇ ਅਸੀਂ ਕਹਿੰਦੇ ਅਸੀਂ ਜਾਗੇ, ਪਰ ਪਾਤਸ਼ਾਹ ਕਹਿੰਦੇ ਅਸੀਂ ਜਾਗੇ ਨਹੀਂ। ਇੱਥੇ ਪਾਤਸ਼ਾਹ ਦੀ ਇੱਕ ਹੋਰ ਭਗਤੀ ਆਉਂਦੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਕਿ ਬੰਦਿਆ ਤੂੰ ਲਾਹਾ ਲੈਣ ਆਇਆ, ਕਿਹੜੇ ਕੁਫੱਕੜੇ ਭਾਵ ਬੇਫਜ਼ੂਲ ਕੰਮਾਂ 'ਚ ਪਿਆ ਹੋਇਆ, ਸਭ ਮੁਕਦੀ ਚੱਲੀ ਰਹਿਣ। ਰਹਿਣ ਦਾ ਮਤਲਬ ਰਾਤ, ਕਿਉਂਕਿ ਮਨ ਸੁੱਤਾ ਪਿਆ, ਇਸ ਕਰਕੇ ਕਿਹਾ ਕਿ ਤੇਰੀ ਰਾਤ ਬੀਤਦੀ ਜਾ ਰਹੀ। ਜਿੱਦਣ ਜਾਗੇ ਉਸ ਵਕਤ ਸਾਡੇ ਵਾਸਤੇ ਚਾਨਣ ਹੋਏਗਾ, ਤੇ ਜਿੱਦਣ ਜਾਗੇਗਾ ਉਸ ਵਕਤ ਆਪਣੇ ਘਰ ਹੋਏਗਾ। ਮਨ ਸਾਡਾ ਆਪਣੇ ਘਰ ਚਲਾ ਜਾਏਗਾ। ਇੱਥੇ ਰਾਤ ਹੈ ਤ੍ਰੈ ਗੁਣਾਂ ਦੇ ਵਿੱਚ, ਉੱਥੇ ਦਿਨ ਹੈ। ਸੋ ਗੁਰੂ ਪਿਆਰਿਓ, ਇੱਥੇ ਸਮਝਣ ਦੀ ਕੀ ਲੋੜ ਹੈ ਕਿ ਸਰੀਰ ਦਾ ਜਾਗਣਾ ਤੇ ਹੈ ਹੀ ਹੈ। ਸਰੀਰ ਜਾਗੇਗਾ, ਆਪਣੀ ਕਮਾਈ ਕਰੇਗਾ, ਪੈਸਾ ਕਮਾਏਗਾ, ਘਰ-ਬਾਰ ਨੂੰ ਸਾਂਭੇਗਾ, ਬੱਚਿਆਂ ਨੂੰ ਸਾਂਭੇਗਾ। ਪਰ ਜੇ ਮਨ ਜਾਗੇਗਾ ਤੇ ਮਨ ਆਪਣੀ ਕਮਾਈ ਕਰੇਗਾ ਸਰ, ਕਿਉਂਕਿ ਮਨ ਦਾ ਧਨ ਮਨ ਕਮਾ ਸਕਦਾ ਤੇ ਸਰੀਰ ਦਾ ਧਨ ਸਰੀਰ ਕਮਾਏਗਾ। ਸਰੀਰ ਮਨ ਦੀ ਕਮਾਈ ਨਹੀਂ ਕਰ ਸਕਦਾ ਤੇ ਮਨ ਸਰੀਰ ਦੀ ਕਮਾਈ ਨਹੀਂ ਕਰ ਸਕਦਾ। ਤੇ ਜਿੰਨੀਆਂ ਵੀ ਗੁਰਮਤ ਨਾਲ ਜਿਹੜਾ ਤੁਸੀਂ ਇਹ ਕੰਮ ਕਰਦੇ ਆ ਨਾ, ਅਸੀਂ ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਇਹ ਸਾਰੇ ਕੰਮ ਸਾਡੇ ਮਨ ਦੇ ਆ। ਅਸੀਂ ਸਰੀਰ ਨਾਲ ਇਹਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ, ਤਾਂ ਕਰਕੇ ਅਸੀਂ ਅਸਫਲ ਹੋ ਜਾਂਦੇ ਹਾਂ। ਕਿਉਂ? ਕਿਉਂਕਿ ਮਨ ਸੁੱਤਾ ਪਿਆ, ਸਰੀਰ ਜਾਗਣ ਡਿਆ ਤੇ ਸਰੀਰ ਕੋਸ਼ਿਸ਼ ਕਰਦਾ ਪਰ ਨਹੀਂ ਗੱਲ ਬਣਦੀ। ਸਰੀਰ ਦਾ ਕੰਮ ਇਹ ਹੈ, ਹਾਥ ਪਾਓ ਸਭ ਕੰਮ ਕਰ, ਵੀ ਸਾਰੇ ਕੰਮ ਕਰ ਆਪਣੇ ਘਰ ਦੇ ਸਮੇਤ। ਤੇ ਮਨ ਦਾ ਕੰਮ ਕੀ ਹੈ? ਚਿੱਤ ਦਾ ਕੰਮ ਕੀ ਹੈ? ਚੀਤ ਨਿਰੰਜਨ ਨਾਲ। ਕਿ ਮਨ ਦਾ ਕੰਮ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਉਹਦਾ ਕੰਮ ਹੈ ਮਾਲਕ ਨਾਲ ਜੁੜੇ ਰਹਿਣਾ, ਆਪਣੇ ਸਵਾਸਾਂ ਨੂੰ ਸਾਂਭਣਾ, ਆਪਣੇ ਸਵਾਸਾਂ ਨੂੰ ਜਿੱਥੋਂ ਮਾਲਕ ਸਾਨੂੰ ਸਵਾਸ ਦੇ ਰਿਹਾ। ਜਦੋਂ ਅਸੀਂ ਆਪਾਂ ਧਿਆਨ ਲਾ ਕੇ ਬੈਠਦੇ ਹਾਂ, ਇਹਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਸਵਾਸਾਂ ਨੂੰ ਸਾਂਭ ਰਹੇ ਹਾਂ। ਦੂਸਰੀ ਗੱਲ, ਜਦੋਂ ਸਰੀਰ ਜਾਗਦਾ ਹੈ ਤਾਂ ਅਸੀਂ ਕਹਿੰਦੇ ਹਾਂ ਜੋ ਦੇਖਿਆ ਸੀ ਰਾਤ ਨੂੰ ਸੁਪਨਾ ਸੀ। ਇਸੇ ਤਰ੍ਹਾਂ ਜਦੋਂ ਸਾਡਾ ਮਨ ਜਾਗੇਗਾ ਭਰਮ ਦੀ ਨੀਂਦ ਵਿੱਚ, ਤ੍ਰੈ ਗੁਣਾਂ ਦੀ ਨੀਂਦ ਵਿੱਚ, ਉਸ ਵਕਤ ਪਾਤਸ਼ਾਹ ਕਹਿੰਦੇ ਆ ਜੋ ਵੀ ਇਹ ਸਭ ਕੁਝ ਦੇਖਦਾ ਪਿਆ, ਇਹਨੂੰ ਸਭ ਕੁਝ ਸੁਪਨਾ ਲੱਗਣ ਲੱਗ ਜਾਏਗਾ। ਕਿਉਂ? ਕਿਉਂਕਿ ਹਕੀਕਤ ਸਾਹਮਣੇ ਆ ਜਾਏਗੀ। ਜਦੋਂ ਸਰੀਰ ਜਾਗਦਾ ਤੇ ਹਕੀਕਤ ਸਾਹਮਣੇ ਆ ਜਾਂਦੀ ਤੇ ਬੰਦਾ ਕਹਿੰਦਾ ਯਾਰ ਐਵੇਂ ਸਾਰੀ ਰਾਤ ਲੰਘਾੜੀ, ਉਹ ਤਾਂ ਸੁਪਨਾ ਹੀ ਸੀ। ਤੇ ਸਵੇਰੇ ਜਾਗਿਆ ਤੇ ਕਹਿੰਦਾ ਹਕੀਕਤ ਤੇ ਆ, ਮੈਂ ਕੰਮ ਕਰਨਾ, ਮੇਰੇ ਕੋਲ ਤੇ ਇੰਨੀ ਕਮਾਇਆ ਬਸ, ਤੇ ਰਾਤ ਨੂੰ ਰਾਜਾ ਬਣਿਆ ਪਿਆ ਸੀ। ਇਸੇ ਤਰ੍ਹਾਂ ਜਦੋਂ ਮਨ ਜਾਗੇਗਾ ਨਾ ਸਾਡਾ, ਮਨ ਨੂੰ ਪਤਾ ਲੱਗੇਗਾ ਕਿ ਜੋ ਕੁਝ ਵੀ ਮੈਂ ਕਰ ਰਿਹਾ ਸੀ ਸਭ ਕੁਝ ਝੂਠ ਹੈ। ਪਾਤਸ਼ਾਹ ਕਹਿੰਦੇ ਨੇ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟ ਮਾਨਸਾ ਬਿਨਸੀਏ ਕਿਆ ਲਾਗੇ ਗਵਾਰ। ਕਿ ਜਿੱਦਾਂ ਰਾਤ ਦਾ ਸੁਪਨਾ ਤੂੰ ਵੇਖਦਾ, ਇਦਾਂ ਹੀ ਸੰਸਾਰ ਹੈ। ਜਿਉਂ ਸੁਪਨਾ ਵੇਖਣਾ ਐਸੇ ਜਗ ਕੋ ਜਾਣ, ਇਨਮੇ ਕਿਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਕਿ ਜਿਵੇਂ ਰਾਤ ਦਾ ਸੁਪਨਾ ਇਦਾਂ ਹੀ ਸੰਸਾਰ ਹੈ, ਇਹਦੇ 'ਚ ਕੁਝ ਵੀ ਸੱਚ ਨਹੀਂ ਹੈ, ਸਭ ਝੂਠ ਹੈ। ਪਰ ਪਤਾ ਕਦੋਂ ਲੱਗੇਗਾ? ਜਦੋਂ ਮਨ ਜਾਗੇਗਾ। ਜਿਵੇਂ ਸਰੀਰ ਜਾਗਿਆ ਤੁਹਾਨੂੰ ਪਤਾ ਲੱਗ ਗਿਆ ਕਿ ਜੋ ਰਾਤ ਵੇਖਿਆ ਸੀ ਸੁਪਨਾ ਸੀ। ਜਦੋਂ ਮਨ ਜਾਗੇਗਾ ਉਹਨੂੰ ਆਟੋਮੈਟਿਕਲੀ ਪਤਾ ਲੱਗ ਜਾਏਗਾ ਕਿ ਜਿੰਨੀਆਂ ਚੀਜ਼ਾਂ ਦੇ ਨਾਲ ਮੈਂ ਜੁੜਿਆ ਹੋਇਆ, ਇਹ ਸਭ ਕੁਝ ਸੁਪਨੇ ਦੀ ਨਿਆਈ ਹੈ। ਕਿਉਂ? ਕਿਉਂਕਿ ਜਾਗ ਗਿਆ, ਹਕੀਕਤ ਸਾਹਮਣੇ ਆ ਗਈ। ਇਨਮੇ ਕਿਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਜਿਹਨੂੰ ਝੂਠ ਮੰਨਦਾ ਸੀ, ਜਿਹਨੂੰ ਕਹਿੰਦਾ ਸੀ ਕਿ ਭਗਵਾਨ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ, ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈ, ਉਹ ਹਕੀਕਤ ਸਾਹਮਣੇ ਆ ਗਈ, ਮਾਲਕ ਸਾਹਮਣੇ ਆ ਗਿਆ। ਮਾਲਕ ਨੇ ਇਹਨੂੰ ਜਗਾ ਦਿੱਤਾ, ਆਪਣਾ ਗਿਆਨ ਦੇ ਦਿੱਤਾ, ਆਪਣਾ ਭੇਦ ਦੇ ਦਿੱਤਾ, ਤੇ ਸਭ ਕੁਝ ਝੂਠ ਲੱਗਣ ਲੱਗ ਗਿਆ। ਪਰ ਕਦੋਂ ਲੱਗਿਆ? ਜਦੋਂ ਮਨ ਜਾਗਿਆ। ਸੋ ਮਨ ਦਾ ਜਾਗਣਾ ਪ੍ਰਵਾਨ ਹੈ, ਸਰੀਰ ਦਾ ਜਾਗਣਾ ਗੁਰੂ ਪਿਆਰੇ ਇੱਕ ਅਲੱਗ ਕਨਸੈਪਟ ਹੈ। ਜੇ ਮਨ ਨਹੀਂ ਜਾਗਿਆ, ਸਰੀਰ ਤਾਂ ਅਸੀਂ ਸਾਰੇ ਜਗਾਉਂਦੇ ਆ, ਪਰ ਕੋਈ ਵਿਰਲਾ ਜੀਵ ਹੈ ਸੰਸਾਰ ਦੇ ਵਿੱਚ ਜਿਹਦੇ ਤੇ ਮਾਲਕ ਕਿਰਪਾ ਕਰਕੇ ਉਹਦੇ ਮਨ ਨੂੰ ਜਗਾ ਦਿੰਦਾ।
ਇਸ ਤੋਂ ਅਗਲੀ ਗੱਲ ਫਿਰ, ਇਹ ਤਾਂ ਉਹਨਾਂ ਦੀ ਗੱਲ ਹੈ ਜਿਨ੍ਹਾਂ ਤੇ ਮਾਲਕ ਨੇ ਕਿਰਪਾ ਕਰਕੇ ਉਹਨਾਂ ਨੂੰ ਜਗਾ ਦਿੱਤਾ, ਤੇ ਜਿਨ੍ਹਾਂ ਨੂੰ ਮੁਕਤ ਕਰਨਾ ਹੈ ਪਰਮਾਤਮਾ ਨੇ, ਉਹਨਾਂ ਨੂੰ ਜਗਾ ਦਿੱਤਾ। ਪਰ ਪਾਤਸ਼ਾਹ ਕਹਿੰਦੇ ਆ ਜਿਹੜੇ ਰਹਿ ਜਾਂਦੇ ਆ, ਜਿਨ੍ਹਾਂ ਤੇ ਮਾਲਕ ਨੇ ਨਹੀਂ ਕਿਰਪਾ ਕੀਤੀ, ਨਹੀਂ ਦਇਆ ਹੋਈ, ਜਿਨ੍ਹਾਂ ਨੇ ਆਪਣੇ ਆਪ ਨੂੰ ਨਹੀਂ ਜਗਾਇਆ, ਉਹਨਾਂ ਵਾਸਤੇ ਕੀ ਹੈ? ਉਹਨਾਂ ਨੂੰ ਵੀ ਜਾਗਣਾ ਪੈਣਾ। ਪਰ ਕਦੋਂ ਜਾਗਣਗੇ? ਪਾਤਸ਼ਾਹ ਕਹਿੰਦੇ ਆ, ਕਹਿਤ ਕਬੀਰ ਤਬ ਹੀ ਨਰ ਜਾਗੇ, ਜਮ ਕਾ ਡੰਡ ਮੂੰਡ ਮੈਂ ਲੱਗੇ। ਕਹਿੰਦੇ ਉਹਨਾਂ ਨੂੰ ਅਖੀਰਲੇ ਸਮੇਂ 'ਚ ਜਗਾਇਆ ਜਾਏਗਾ, ਜਦੋਂ ਉਹਨਾਂ ਨੂੰ ਜਮ ਲੈਣ ਆਉਣਗੇ, ਦੂਤ ਲੈਣ ਆਉਣਗੇ, ਉਸ ਵਕਤ ਉਹਨਾਂ ਨੂੰ ਜਦੋਂ ਇਹ ਸੁਨੇਹਾ ਦਿੱਤਾ ਜਾਏਗਾ ਕਿ ਖੁੱਲੀ ਗੰਢ ਉੱਠੋ ਲਿਖਿਆ ਆਇਆ ਰਾਮ, ਵੀ ਚਲੋ ਇਸ ਤ੍ਰੈਗੁਣੀ ਸੰਸਾਰ 'ਚ ਚਲੋ ਆਪਣੇ ਘਰ। ਉਹਨਾਂ ਨੇ ਕਹਿਣਾ ਤੁਹਾਡੀ ਪਾਉਣ ਦੀ ਗੰਢ ਖੋਲ ਦਿੱਤੀ ਹੈ, ਤੁਹਾਡਾ ਸੰਸਾਰ ਨਾਲ ਨਾਤਾ ਟੁੱਟ ਗਿਆ, ਚਲੋ ਆਪਣੇ ਘਰ ਵਾਪਸ। ਤੇ ਫਿਰ ਉਦੋਂ ਪੁੱਛਿਆ ਜਾਏਗਾ ਕਿ ਕਿਹੜੇ ਘਰ? ਇਹ ਮੇਰਾ ਆਪਣਾ ਘਰ ਹੈ, ਇਹ ਮੇਰੇ ਆਪਣੇ ਮਾਪਿਓ ਹੈ, ਕਿਹੜੇ ਮਾਪਿਓ ਕੋਲ ਜਾਣਾ ਹੈ, ਕਿਹੜੇ ਘਰ ਜਾਣਾ ਹੈ? ਉਦੋਂ ਫਿਰ ਜਮਾ ਦੁਆਰਾ ਡੰਡਾ ਮਾਰ ਕੇ ਇਹਨਾਂ ਨੂੰ ਹਕੀਕਤ ਦੱਸੀ ਜਾਏਗੀ, ਮਨ ਨੂੰ ਜਗਾਇਆ ਜਾਏਗਾ। ਸਰੀਰ ਤਾਂ ਅਸੀਂ ਜਗਾ ਲੈਂਦੇ ਹਾਂ, ਮਨ ਨੂੰ ਜਗਾਇਆ ਜਾਏਗਾ ਕਿ ਉੱਠ ਭਾਈ। ਤੇ ਪਾਤਸ਼ਾਹ ਕਹਿੰਦੇ ਆ, ਜਮ ਕਾ ਡੰਡ ਭਰਿਓ ਸਰੀਰ ਉੱਪਰ ਤਬ ਸੋ ਵਸੇ ਜਾ। ਸੁੱਤਾ ਪਿਆ ਮਨ ਜਾਗ ਗਿਆ, ਇਹਨੂੰ ਹਕੀਕਤ ਪਤਾ ਲੱਗ ਗਈ ਕਿ ਮੈਂ ਤਾਂ ਸਾਰੀ ਜ਼ਿੰਦਗੀ ਸੁਪਨਾ ਵੇਖਦਾ ਪਿਆ ਸੀ, ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਸੀ। ਪਰ ਉਦੋਂ ਜਾਗਿਆ ਹੋਇਆ ਗੁਰੂ ਪਿਆਰਿਓ ਸਫਲ ਨਹੀਂ। ਉਦੋਂ ਉਹਨਾਂ ਨੇ ਖੜਨਾ ਆ ਤਾਂ ਜਗਾਇਆ। ਸਫਲ ਕੀ ਹੈ? ਕਿ ਅਸੀਂ ਇੱਥੇ ਰਹਿੰਦੇ ਜਾਗ ਜਾਈਏ। ਉਹ ਮਾਲਕ ਦੀ ਕਿਰਪਾ ਹੈ। ਜਦੋਂ ਆਪ ਕਿਰਪਾ ਕਰੇ ਅਸੀਂ ਜਾਗਾਂਗੇ। ਫਿਰ ਸਾਨੂੰ ਇਹ ਹਕੀਕਤ ਜੋ ਸਾਨੂੰ ਲੱਗਦੀ ਸੀ ਇਹ ਝੂਠ ਲੱਗੇਗਾ, ਤੇ ਜੋ ਝੂਠ ਸੀ ਜਿਹਨੂੰ ਮਾਲਕ ਨੂੰ ਝੂਠ ਮੰਨਦੇ ਸੱਚ ਲੱਗੇਗਾ। ਸਾਨੂੰ ਪਤਾ ਲੱਗ ਜਾਏਗਾ ਕਿ ਜਾਣਾ ਸੱਚ ਹੈ, ਪਰਮਾਤਮਾ ਸੱਚ ਹੈ, ਨਾਮ ਸੱਚ ਹੈ, ਇਹ ਮੇਰਾ ਆਪਣਾ ਘਰ ਨਹੀਂ ਝੂਠ ਹੈ, ਜਿਹੜਾ ਆਪਣਾ ਘਰ ਹੈ ਉਹ ਸੱਚ ਹੈ। ਪਰ ਜਿੰਨਾ ਚਿਰ ਸੁੱਤਾ ਹੈ ਉਹਨਾਂ ਚਿਰ ਨਹੀਂ ਇਹਨਾਂ ਚੀਜ਼ਾਂ ਦਾ ਗਿਆਨ ਮਿਲਦਾ। ਕਿਵੇਂ ਜਾ ਸਕਦੇ ਆ ਇਸ ਸੰਸਾਰ ਦੇ ਵਿੱਚ? ਪਾਤਸ਼ਾਹ ਨੇ ਸਾਨੂੰ ਗੁਰਬਾਣੀ 'ਚ ਤਰੀਕੇ ਵੀ ਦੱਸੇ ਆ। ਪਾਤਸ਼ਾਹ ਕਹਿੰਦੇ ਆ, ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਗੁਰ ਨੂੰ ਸਿਮਰ ਕੇ, ਗੁਰ ਕੀ ਹੈ? ਸਿੱਖਿਆ, ਗਿਆਨ, ਜਿਹੜਾ ਸਾਨੂੰ ਬਾਣੀ 'ਚੋਂ ਮਿਲਦਾ, ਜਿਹੜਾ ਸਾਨੂੰ ਸਾਧੂ ਜਨ ਸੰਤ ਜਨ ਦਿੰਦੇ ਆ, ਜਿਹੜੇ ਜਾਗੇ ਹੋਏ ਆ ਉਹ ਤਰੀਕਾ ਦੱਸਦੇ ਆ ਜਾਗਣ ਦਾ। ਜੇ ਅਸੀਂ ਉਹਨੂੰ ਸਿਮਰਦੇ ਆ, ਉਹਦੀ ਭਗਤੀ ਕਰਦੇ ਆ, ਉਹ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲਦੇ ਆ। ਪਾਤਸ਼ਾਹ ਕਹਿੰਦੇ ਜਿੰਨਾ ਢਾਲੀ ਜਾਵਾਂਗੇ, ਸਿਮਰ 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 ਜਿੰਨਾ ਢਾਲਦੇ ਜਾਵਾਂਗੇ, ਅਸੀਂ ਜਾਗਦੇ ਜਾਵਾਂਗੇ। ਪਾਤਸ਼ਾਹ ਉਸ ਤੋਂ ਬਾਅਦ ਕੀ ਸਾਨੂੰ ਦੱਸਦੇ ਆ? ਕਹਿੰਦੇ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਗਿਆਨ ਦੇ ਦੁਆਰਾ, ਗਿਆਨ ਕਿੱਥੋਂ ਮਿਲਦਾ ਹੈ? ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਗੁਰ ਤੋਂ ਬਿਨਾਂ ਗਿਆਨ ਨਹੀਂ ਮਿਲਦਾ। ਹੁਣ ਕਹਿਣ ਦਾ ਭਾਵ ਇਹ ਹੈ ਕਿ ਇੱਕ ਗੁਰ ਦੇ ਦੁਆਰਾ ਹੀ ਅਸੀਂ ਆਪਣੇ ਮਨ ਨੂੰ ਜਗਾ ਸਕਦੇ ਹਾਂ, ਸਿੱਖਿਆ ਦੇ ਦੁਆਰਾ। ਸੋ ਇਹ ਤਰੀਕਾ ਹੈ। ਜਿੰਨੇ ਵੀ ਇਹ ਗੱਲ ਨੂੰ ਪਕੜ ਲਿਆ, ਜਿੱਤੇ ਮਾਲਕ ਨੇ ਕਿਰਪਾ ਕਰਤੀ ਪਿਆਰੇ, ਉਹ ਜਾਗ ਜਾਏਗਾ। ਉਹਦਾ ਜਾਗਿਆ ਸਫਲ ਹੈ। ਇਹ ਅਸਲ ਦੇ ਵਿੱਚ ਜਾਗਣਾ ਹੈ। ਸਰੀਰ ਨੂੰ ਤਾਂ ਸਾਰੀ ਦੁਨੀਆ ਜਗਾਣੀ ਹੈ, ਪਰ ਮਨ ਦਾ ਜਾਗਣਾ ਸਫਲ ਹੈ। ਜੇ ਨਾ ਜਾਗਾਂਗੇ ਫਿਰ ਅਖੀਰ 'ਚ ਜਮਾਂ ਦੁਆਰਾ ਜਗਾਇਆ ਜਾਏਗਾ। ਉਹਨਾਂ ਕੋਲ ਆਪਣਾ ਤਰੀਕਾ ਜਗਾਉਣ ਦਾ, ਪਰ ਇੱਥੇ ਇਸੇ ਤਰੀਕੇ ਨਾਲ ਜਗਾਇਆ ਜਾ ਸਕਦਾ ਹੈ, ਗੁਰ ਨੂੰ ਸਿਮਰਦਿਆਂ ਹੋਏ। ਸੋ ਪਿਆਰਿਓ, ਇਹ ਮਾਲਕ ਸਾਡੇ ਤੇ ਕਿਰਪਾ ਕਰੇ, ਉਹ ਦਇਆ ਕਰੇ, ਉਹ ਖੁਸ਼ ਹੋ ਜਾਵੇ, ਤੇ ਉਹਦੀ ਖੁਸ਼ੀ ਦੇ ਦੁਆਰਾ, ਉਹਦੀ ਦਇਆ ਦੇ ਦੁਆਰਾ ਜਿਹਦੇ ਤੇ ਕਿਰਪਾ ਕਰਦੇ ਉਹਨੂੰ ਜਗਾ ਦਿੰਦਾ। ਸੋ ਇਹੀ ਸਦਾ ਅਰਦਾਸ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਭੁੱਲਿਆ ਹੋਇਆਂ ਨੂੰ ਜਗਾਓ, ਭੁੱਲਿਆ ਹੋਇਆਂ ਨੂੰ ਸਹੀ ਮਾਰਗ ਦਿਖਾਓ, ਆਪਣੇ ਦਰਸ਼ਨ ਦਿਦਾਰੇ ਦਿਓ ਤੇ ਆਪਣੇ ਚਰਨਾਂ ਦੇ ਨਾਲ ਜੁੜੋ। ਇਹਨਾਂ ਅਰਦਾਸਾਂ ਬੇਨਤੀਆਂ ਦੇ ਦੁਆਰਾ ਹੀ ਮਾਲਕ ਸਾਡੇ ਤੇ ਖੁਸ਼ ਹੁੰਦਾ, ਸਾਡੇ ਤੇ ਤਰਸ ਕਰਦਾ। ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸਿੰਜਿਆ ਮਿਲਿਆ। ਸੋ ਇਹ ਸਾਡੇ ਤੇ ਫਿਰ ਕਿਰਪਾ ਕਰਦਾ ਹੈ। ਸੋ ਮਾਲਕ ਸਭ ਤੇ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।